देश प्रदेश टीवी देख रहे सारे दर्शकों का स्वागत। मैं अनुजा शर्मा। तो जिथे किसानों की गल की जाए, एक पासे किसान दिल्ली की बरूहां ते बैठे ने, दूजे पासे शहरों के विच भी उन्हां नूं कोई सौख मिलती हुई नज़र नहीं आ रही। ढाह एक होर लगी जिस वक्त पहला 1 अक्तूबर की डेट दी गई सी कि धान की खरीद की जाएगी, लेकिन कल ऑर्डर निकलिया कि जिहड़ी खरीद आ 10 दिन लेट कर दी जाएगी। भावें मौसम का हवाला दिता होवे, भावें खजाने खाली ने यह हवाला दिता होवे, लेकिन बहुत वड्डा जिहड़ा एक धक्का जिहड़ा किसानां नूं लगा कल दे दिन दे विच, जिस वक्त वो तैयारियां कर रहे सीगे कि अपनी धान बेचण लई ओह मंडियां च जाणगे। दस दिता जाए कि जिस वक्त धान बेचण दी तरीक नेड़े आंदी है, उस तो 5-7 दिन पहला ही जिहड़े किसान ने ओह अपनी फसल जिहड़ी हैगी है लैके मंडियां दे विच पहुंच जांदे ने। मंडियां दे विच आके अपनी फसल की सफाई करवाउंदे ने ते आके मशीनां दे राहीं उन्हां नूं सही करवाउंदे ने। ते उत्थे ही बहुत सारे किसान जिहड़े ने ओह पहलां ही फसलां लैके इत्थे पहुंच चुके सीगे, लेकिन जिस वक्त कल यह निकल के बाहर आया कि हुण 10 दिन बाद खरीद की जाएगी, की धक्का लगा किसानां नूं, किसानां दे नाल भी तुहाडी गलबात करावांगे। साडे नाल एक बजुर्ग मौजूद ने। बापू जी, कित्थों आए हो तुसीं? मैं बुलंदपुर तो आया मैडम जी। अच्छा, किन्नी कु कणक लैके धान लैके आए हो तुसीं अपने नाल? मैं 70-75 कुंटल ट्राली लेके आया जी। हाँ जी। जिथे गल की जाए, सरकारां उदां तां कहंदियां आ असीं किसानां दे नाल खड़ांगे, किसानां नूं हर सहूलत देण दी कोशिश करांगे, लेकिन गल जिथे कल दी आई, कल 1 तरीक नूं अज खरीद करनी सी, उन्होंने कल नोटिस कढ़ता कि हुण 10 दिन बाद खरीद करांगे। की नुकसान होएगा इहदा? ਇਹ ਤਾਂ ਨੁਕਸਾਨ ਤਾਂ ਜਿਹੜਾ 6 ਮਹੀਨੇ ਅਸੀਂ ਪੁੱਤਰ ਨਾਲੋਂ ਵੱਧ ਫਸਲ ਨੂੰ ਪਾਲਦੇ ਆ ਤੇ ਇਹ ਕੋਈ ਇਨਸਾਨੀਅਤ ਨਹੀਂ ਵੀ ਇੱਕ ਖੜੇ ਪੈਰ ਤੁਸੀਂ ਅਨਾਉਂਸ ਕਰ ਦਿਓ ਵੀ ਖਰੀਦ ਨਹੀਂ ਹੋਊਗੀ। ਕੀ ਇਹਨੂੰ ਅਸੀਂ ਜੇਬ 'ਚ ਪਾ ਕੇ ਰੱਖ ਲਵਾਂਗੇ? ਕੀ ਕਰ ਸਕਦੇ ਆ ਇਹਨੂੰ? ਫਿਰ ਪੈਸੇ ਨੂੰ ਖਰਾਬੀ ਕੀਤੀ ਜਾਂਦੀ ਆ, ਕਿਸਾਨਾਂ ਨੂੰ ਪੈਸਾ ਨਹੀਂ ਕੋਈ ਵਕਤ ਨਾਲ ਟਾਈਮ ਨਾਲ ਦਿੱਤਾ ਜਾਂਦਾ। ਇਹ ਜਾਂ ਤਾਂ ਮੌਸਮ ਦੀ ਖਰਾਬੀ ਹੋਵੇ ਜਾਂ ਕੋਈ ਹੋਰ ਕੋਈ ਮੁਲਕ ਦੇ ਵਿੱਚ ਪਰੇਸ਼ਾਨੀ ਹੋਵੇ ਤਾਂ ਤੁਸੀਂ ਇਹਨੂੰ ਲੇਟ ਕਰਦੇ ਆ। ਜਾਂ ਤੁਸੀਂ ਲਵਾਈ ਜਿਹੜੀ ਸੀਗੀ ਇਹ ਪਹਿਲਾਂ ਲੇਟ ਕਰਦੀ ਸਰਕਾਰ ਵੀ 15 ਦਿਨ ਲਵਾਈ ਇਹਦੀ ਜਿਹੜੀ ਆ ਬਾਅਦ ਚ ਕਰੋ ਜੀ, ਅਸੀਂ ਖਰੀਦ ਨਹੀਂ ਕਰ ਸਕਦੇ। ਜੇ ਤੁਸੀਂ ਪਹਿਲੀ ਦੀ ਖਰੀਦ ਦੀ ਅਨਾਉਂਸ ਕੀਤਾ, ਅੱਜ ਤੁਸੀਂ 10 ਦਿਨ ਵਧਾਤੇ, 10 ਦਿਨ ਅਸੀਂ ਕਿੱਥੇ ਰੱਖਾਂਗੇ ਇਹਨੂੰ? ਕੀ ਕਰਾਂਗੇ? ਖੇਤਾਂ ਦੇ ਵਿੱਚ ਜਾ ਕੇ ਦੇਖੋ ਬਾਰਿਸ਼ ਦੇ ਨਾਲ ਕਿੰਨਾ ਨੁਕਸਾਨ ਹੋ ਚੁੱਕਾ ਆ, ਉਹਦਾ ਜ਼ਿੰਮੇਵਾਰ ਕੌਣ ਹੈਗਾ? खेतां दी गल कर रहे हो तुसी, खेतां च की नुकसान हो गया? क्योंकि पहला भी मौसम की जिहड़ी तब्दीली आ असीं बहुत देखी है। की नुकसान होया फसलां नूं? ਫਸਲਾਂ ਦੇਖੋ ਜਿਹੜੀਆਂ ਚੀਕਣੀਆਂ ਜ਼ਮੀਨਾਂ ਆ, ਝੋਨੇ ਜਿਹੜੇ ਆ ਲੰਬੇ ਪਏ ਆ, ਦੁਬਾਰਾ ਪੁੰਗਰ ਗਏ, ਫੋਟ ਮਾਰ ਗਏ ਆ। ਠੀਕ ਆ, ਉਹ ਤਾਂ ਸਾਰੀ ਜਿਹੜੀ ਆ ਇੱਕ ਉਹਦੇ ਵਿੱਚੋਂ ਚੌਲ ਕੀ ਨਿਕਲਣਾ ਆ, ਉਹ ਤਾਂ ਫੱਕ ਬਣ ਗਈ ਆ। ਤੇ ਉਹਦੇ ਚੋਂ ਕੀ ਕਿਸਾਨ ਨੂੰ ਮਿਲੂਗਾ, ਕੀ ਲੱਭੂਗਾ? ਠੀਕ ਆ। ਤੇ ਹੁਣ ਦੇਖੋ ਜੇ ਡਾਇਆ ਦੀ ਦਿੱਕਤ ਆ, ਸਾਨੂੰ ਖਾਦ ਨਹੀਂ ਮਿਲ ਰਹੀ ਤੇ ਇਹ ਡਾਇਆ ਅਸੀਂ ਕਿੱਥੋਂ ਲਿਆ ਕੇ ਪਾਉਣੀ ਆ? ਇਹ ਸਰਕਾਰ ਇਹ ਕਿਉਂ ਇਹਨਾਂ ਗੱਲਾਂ ਤੇ ਕਿਉਂ ਨਹੀਂ ਗੌਰ ਕਰਦੀ? ਅੱਜ ਡਾਇਆ ਜਿਹੜੀ ਆ ਬਲੈਕ ਵਿਕਣ ਡਈ ਆ। ਜੇ ਕਿਸੇ ਨੂੰ 2-4 ਥੈਲੇ ਚਾਹੀਦੇ ਵੀ ਆ ਤੇ ਉਹ ਚੋਰੀ ਲੁਕੋ ਕੇ ਦਿੰਦਾ ਵੀ ਦੂਸਰੇ ਨੂੰ ਪਤਾ ਨਾ ਲੱਗ ਜਾਵੇ। ਇਹ ਸਾਰੀ ਧੋਖਾਧੜੀ ਜਿਹੜੀ ਕਿਸਾਨ ਨਾਲ ਕਿਉਂ ਹੋ ਰਹੀ ਆ? ਤੁਹਾਨੂੰ ਲੱਗਦਾ ਆ ਜਿਹੜੇ ਤੁਸੀਂ ਆਪਣੇ ਨਾਲ ਆਪ ਹੁੰਦਰੀਆਂ ਦੇਖਦੇ ਹੋ, ਉਸ ਤੋਂ ਬਾਅਦ ਲੱਗਦਾ ਆ ਕਿ ਜਿਹੜੀ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਖੜੀਆਂ ਨੇ? ਕਿਸਾਨਾਂ ਦੇ ਨਾਲ ਜੇ ਖੜੀਆਂ ਹੋਣ ਤੇ ਇਹ ਪਹਿਲੀ ਤਰੀਕ ਤੋਂ ਬਜਾਏ 10 ਕਿਉਂ ਅਨਾਉਂਸ ਕਰਦੇ? ਇੰਨੇ ਚਿਰ ਹੋ ਗਿਆ ਧਰਨਿਆਂ ਦਿੰਦਿਆਂ ਨੂੰ, ਅੱਜ ਤੱਕ ਕਿਉਂ ਕਿਸੇ ਨੇ ਵੀ ਆਵਾਜ਼ ਉਠਾਈ ਆ? ਕਿਸੇ ਨੇ ਵੀ ਹਾਂ ਕੀਤੀ ਆ? ਪਬਲਿਕ ਨੂੰ ਕਿਉਂ ਖਰਾਬ ਕੀਤਾ ਜਾਂਦਾ ਇਹਨਾਂ ਕਿਸਾਨਾਂ ਨੂੰ? ਇਹਨਾਂ ਨਾਲ ਕੋਈ ਹਮਦਰਦੀ ਨਹੀਂ ਕਰ ਰਹੇ, ਇਹ ਸਿਰਫ ਦਿਖਾਵੇ ਆ। ਜੇ ਅਸਲੀਅਤ ਹੁੰਦੀ ਤਾਂ ਇਹ 10 ਤਰੀਕ ਅਨਾਉਂਸ ਨਾ ਕਰਦੇ। ਇਹਨਾਂ ਨੂੰ ਪਤਾ ਸੀ ਵੀ ਫਸਲ ਪੱਕ ਚੁੱਕੀ ਆ ਕਿਸਾਨਾਂ ਦੀ, ਹੁਣ ਅਸੀਂ ਪਰਸੋਂ ਦੀ ਵਢਾਈ ਆ, ਅੱਜ ਤੁਸੀਂ ਅਨਾਉਂਸ ਕਰ ਦਿੱਤਾ, ਅਸੀਂ ਇਹਨੂੰ ਕਿੱਥੇ ਲੈ ਕੇ ਜਾਈਏ, ਕਿੱਥੇ ਰੱਖੀਏ, ਕੀ ਕਰੀਏ? ਇਸ ਗੱਲ ਦਾ ਜਵਾਬ ਜਿਹੜੀ ਆ ਸਰਕਾਰ ਦੇਵੇ। ਬਾਬੂ ਜੀ, ਜੇਕਰ ਗੱਲ ਕਰੀਏ ਹੁਣ 10 ਦਿਨ ਤਰੀਕ ਤਾਂ ਅੱਗੇ ਕਰ ਦਿੱਤੀ ਆ, ਲੇਕਿਨ ਜਿਹੜਾ ਇੱਥੇ ਦਾ ਖਰਚਾ ਆ, ਇੱਥੇ ਹੁਣ ਤੁਸੀਂ ਫਸਲ ਵਾਪਸ ਵੀ ਨਹੀਂ ਲੈ ਕੇ ਜਾ ਸਕਦੇ, ਫਸਲ ਰੱਖੋਗੇ ਇੱਥੇ ਹੀ, ਉਹਦਾ ਵੀ ਖਰਚਾ ਪਏਗਾ ਤੁਹਾਨੂੰ। ਤੇ ਖਰਚਾ ਕਿਸ ਤਰੀਕੇ ਨਾਲ ਚੱਲੇਗਾ? ਖਰਚਾ ਤਾਂ ਇਹ ਜੀ ਆੜਤੀਏ ਜਿਹੜੇ ਕਮਿਸ਼ਨ ਏਜੰਟ ਆ, ਇਹ ਨਹੀਂ ਤਾਂ ਖਰਚਾ ਲੈਣਾ ਹੀ ਲੈਣਾ ਆ। ਉਹਨਾਂ ਦੀ ਗਾਂ ਲੇਬਰ ਬੈਠੀ ਆ 10-10, 12-12, 15-15 ਆਦਮੀ ਹੈਗੇ ਇੱਕ ਦੁਕਾਨ ਦੇ ਉੱਤੇ, ਉਹਨੇ ਕਿੱਥੋਂ ਖਰਚੇ ਪੂਰੇ ਕਰਨੇ? ਉਹਨੇ ਸਾਡੇ ਜਿੰਮੇ ਪੈਣੇ ਆ ਸਾਰੇ ਖਰਚੇ। ਕੋਈ ਆਪਣੀ ਜੇਬ ਚੋਂ ਨਾ ਤਾਂ ਸਰਕਾਰ ਨੇ ਦੇਣਾ ਆ, ਨਾ ਆੜਤੀਏ ਨੇ ਦੇਣਾ ਆ।
ਜਿਹੜੀ ਦਿੱਕਤ ਹੈ ਤੇ ਜ਼ਿਮੀਦਾਰ ਨੂੰ ਹੀ ਆ। ਤੇ ਉਸ ਤੋਂ ਬਾਅਦ ਜਿਹੜੇ ਘਰ ਪਰਿਵਾਰ ਦਾ ਖਰਚਾ ਆ, ਕਿਉਂਕਿ ਸਾਰੇ ਜ਼ਿਮੀਦਾਰ ਜਿਹੜੇ ਨੇ ਉਹ ਵੀ ਬਹੁਤ ਵੈਲ ਆਫ ਨਹੀਂ ਹੈਗੇ, ਬਹੁਤ ਰਈਸ ਨਹੀਂ ਹੈਗੇ। ਤੁਹਾਡਾ ਕਿਸ ਤਰੀਕੇ ਨਾਲ, ਕਿਉਂਕਿ ਤੁਸੀਂ ਮੈਨੂੰ ਹੁਣੇ ਦੱਸ ਵੀ ਰਹੇ ਸੀਗੇ ਕਿ ਆਂਦੇ ਹੋਏ ਟਰਾਲੇ ਦੇ ਵਿੱਚ ਵੀ 2000 ਦਾ ਡੀਜ਼ਲ ਉਧਾਰ ਲੈ ਕੇ ਪਵਾਇਆ ਆ। ਹਾਂਜੀ, ਇਹ ਮੈਂ ਦੇਖੋ ਜੀ, ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਇਹ ਜਿਹੜੀਆਂ ਗੱਲਾਂ ਦੇ ਵਿੱਚ ਨਾ ਉਹਨੂੰ ਇੱਕ ਹਕੀਕਤ ਦੇ ਵਿੱਚ ਲਿਆਓ। ਅੱਜ ਮੈਂ 2000 ਰੁਪਈਆ ਕਿਸੇ ਤੋਂ ਉਧਾਰਾ ਲੈ ਕੇ ਆਪਣੇ ਟਰੈਕਟਰ 'ਚ ਤੇਲ ਪਵਾ ਕੇ ਆਇਆ, ਔਰ ਡੀਜ਼ਲ ਦਾ ਕੀ ਰੇਟ ਆ, ਸਰਕਾਰ ਨੇ ਕੀ ਇਹਦੇ ਤੇ ਕੰਟਰੋਲ ਕੀਤਾ, ਕੀ ਵਿਚਾਰ ਕੀਤਾ ਇਹਦੇ ਤੇ ਅੱਜ ਤੱਕ? ਪੈਟਰੋਲ ਦਾ ਕੀ ਰੇਟ ਆ, ਕੰਬਾਈਨ ਵਾਲਾ ਕੀ ਕਟਾਈ ਲੈਂਦਾ ਆ, ਕਿੰਨਾ ਤੇਲ ਬਾਲਦਾ ਉਹ। ਤੇ ਇਹ ਸਾਰੀਆਂ ਗੱਲਾਂ ਨੂੰ ਨਜ਼ਰ ਰੱਖ ਸਰਕਾਰ ਨੂੰ ਕਰਨਾ ਚਾਹੀਦਾ ਆ। ਜੇਕਰ ਨਹੀਂ ਕਰ ਸਕਦੇ ਤੇ ਓਪਨਲੀ ਸਾਰਾ ਕੁਝ ਖੁੱਲ੍ਹੇਆਮ ਕਰ ਦਿਓ ਵੀ ਆਪਣੀ ਫਸਲ ਜਿੱਥੇ ਮਰਜ਼ੀ ਵੇਚੋ, ਜੋ ਮਰਜ਼ੀ ਉਹਦਾ ਜਿੰਨਾ ਮਰਜ਼ੀ ਮੁੱਲ ਖੱਟੋ। ਕਿਉਂ ਨਾ ਤੁਸੀਂ ਖੁੱਲ੍ਹੇਆਮ ਕਰਦੇ ਆ, ਜੇ ਤੁਸੀਂ ਬੰਦਿਆ ਆ ਤੇ ਤੁਸੀਂ ਮਨਮਰਜ਼ੀ ਕਰਦੇ ਆ। ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ। ਆਉਣ ਵਾਲੇ ਸਮੇਂ ਨੂੰ ਵਿਚਾਰਨਾ ਚਾਹੀਦਾ ਆ। ਠੀਕ ਆ, ਬਾਕੀ ਬੈਂਕਾਂ ਦੇ ਵਿੱਚੋਂ ਵੀ ਅਸੀਂ ਲੋਨ ਲੈ ਕੇ ਆਪਣੇ ਗੁਜ਼ਾਰੇ ਕਰਦੇ ਆ। ਖੁੱਲੀ ਮੰਡੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਭ ਖੁੱਲਾ ਕਰ ਦਿਓ ਤੇ ਸੌਖ ਹੋ ਜਾਏਗੀ। ਕੀ ਇਹ ਪ੍ਰੈਕਟੀਕਲੀ ਆਸਾਨ ਹੋਊਗਾ ਤੁਹਾਡੇ ਵਾਸਤੇ? ਜੇਕਰ ਖੁੱਲੀ ਮੰਡੀ ਕਰ ਦਿੱਤੀ ਜਾਏ ਫਿਰ ਤਾਂ ਐਮਐਸਪੀ ਕਿਤੇ ਨਾ ਕਿਤੇ ਘਟ ਜੂਗੀ। ਨਹੀਂ, ਖੁੱਲੇ ਦੇ ਵਿੱਚ ਮੈਡਮ ਜੀ ਇੱਦਾਂ ਆ ਵੀ ਸਾਰੇ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦੇ ਆ। ਤੁਸੀਂ ਜਿਹੜੀ ਮਰਜ਼ੀ ਮੰਡੀ ਲਿਜਾ ਸਕਦੇ ਆ। ਤੁਸੀਂ ਓਪਨਲੀ ਆਜ਼ਾਦ ਆ। ਜਦ ਤੁਸੀਂ ਬੰਦੇ ਆ, ਦੂਸਰੇ ਡਿਸਟ੍ਰਿਕਟ ਵਾਲਾ ਦੂਸਰੇ ਡਿਸਟ੍ਰਿਕਟ ਵਿੱਚ ਨਹੀਂ ਜਾ ਸਕਦਾ ਤੇ ਤੁਸੀਂ ਆਪੇ ਬੰਦੇ ਆ। ਤੁਸੀਂ ਆਜ਼ਾਦ ਨੇਗੇ। ਖੁੱਲੇ ਆਮ ਹੋਊਗਾ, ਜਿੱਥੇ ਮਰਜ਼ੀ ਮਾਰਕੀਟ ਕਰ ਸਕਦਾ, ਦੂਸਰੀ ਸਟੇਟ 'ਚ ਵੀ ਵੇਚ ਸਕਦਾ, ਉਹਨੂੰ ਕੋਈ ਦਿੱਕਤ ਨਹੀਂ ਆਊਗੀ। ਤੇ ਅਸੀਂ ਤੁਹਾਡੀ ਗੱਲ ਕਰਵਾਈ, ਜਿਹੜੇ ਇੱਥੇ ਕਿਸਾਨ ਪਹੁੰਚੇ ਸੀਗੇ, ਜਿਹੜੇ ਆਪਣੀ ਚਾਵਲਾਂ ਦੀ ਜਿਹੜੀ ਖੇਤੀ ਕੀਤੀ ਹੋਈ ਸੀ ਉਹ ਲੈ ਕੇ ਆਏ ਨੇ, ਧਾਨ ਲੈ ਕੇ ਆਏ ਨੇ। ਤੁਹਾਨੂੰ ਇਸ ਵਕਤ ਅਸੀਂ ਮੰਡੀ ਦਾ ਹਾਲ ਦਿਖਾਉਂਦੇ ਆ ਕਿ ਜਿੱਥੇ ਅੱਜ ਦੀ ਡੇਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਖਰੀਦ ਕੀਤੀ ਜਾਏਗੀ, ਉੱਥੇ ਹੀ ਜਿਸ ਵਕਤ ਕੱਲ ਨੋਟਿਸ ਕੱਢਿਆ ਗਿਆ ਕਿ ਅਸੀਂ ਖਰੀਦ 10 ਦਿਨ ਬਾਅਦ ਕਰਾਂਗੇ। ਲੇਕਿਨ ਸਵਾਲ ਬਹੁਤ ਵੱਡਾ ਇਹ ਆ ਕਿ ਜਿਹੜੀ ਇੰਨੀ ਜ਼ਿਆਦਾ ਅਮਾਉਂਟ ਦੇ ਵਿੱਚ ਇੱਥੇ ਧਾਨ ਪਈ ਆ, ਚੌਲ ਪਏ ਨੇ, ਉਹ ਜੇਕਰ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਕੀ ਉਹ ਠੀਕ ਰਹਿਣਗੇ? ਅਗਰ ਖਰਾਬ ਹੋ ਗਏ ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਕਿਉਂਕਿ ਜਿਸ ਵਕਤ ਕੋਈ ਚੀਜ਼ ਇਹਨਾਂ ਦੇ ਵਿੱਚ ਖਰਾਬੀ ਆਏਗੀ ਤੇ ਜ਼ਿੰਮੇਵਾਰ ਸਿਰਫ ਕਿਸਾਨ ਨੂੰ ਠਹਿਰਾਇਆ ਜਾਏਗਾ। ਆੜਤੀਆ ਵੀ ਕਹੇਗਾ ਕਿ ਮੈਂ ਉਨੇ ਕੀ ਪੈਸੇ ਦਊਂਗਾ ਜਿੰਨੇ ਦੀ ਮੇਰੇ ਕੋਲ ਧਾਨ ਆਈ ਸੀਗੀ, ਉਸ ਤੋਂ ਇਲਾਵਾ ਜਿਹੜਾ ਨੁਕਸਾਨ ਹੈਗਾ ਉਹਦੀ ਭਰਪਾਈ ਜਿਹੜੀ ਕਰਨੀ ਹੈ ਕਿਸਾਨ ਨੇ ਖੁਦ ਕਰਨੀ ਹੈ। ਤੇ ਕਿੱਥੇ ਤੱਕ ਜਿਹੜੀਆਂ ਇਹ ਚੀਜ਼ਾਂ ਸਰਕਾਰਾਂ ਦੇ ਵੱਲੋਂ ਚੱਲ ਰਹੀਆਂ ਨੇ, ਜਿੱਥੇ ਕਿਸਾਨਾਂ ਨਾਲ ਖੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਉੱਥੇ ਅਜਿਹੇ ਆਰਡਰ ਕੱਢ ਦੇਣਾ ਕਿੱਥੇ ਤੱਕ ਠੀਕ ਹੈਗਾ ਆ? ਇਹ ਬਹੁਤ ਵੱਡਾ ਸਵਾਲ ਹੈ। ਕਿਸਾਨਾਂ ਦੇ ਮੂੰਹੋਂ ਤੁਸੀਂ ਉਹਨਾਂ ਦੀ ਆਪ ਹੁੰਦਰੀ ਆਪ ਬੀਤੀ ਸੁਣ ਲਈ ਹੈਗੀ ਹੈ ਤੇ ਇਸ ਵਕਤ ਇਹ ਜਿਹੜੇ ਹਾਲਾਤ ਨੇ ਕਿੱਥੇ ਤੱਕ ਲੈ ਕੇ ਜਾਣਗੇ ਕਿਸਾਨਾਂ ਨੂੰ, ਇਹ ਬਹੁਤ ਵੱਡਾ ਸਵਾਲ ਹੈਗਾ ਆ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।